ਜਦੋਂ ਕਿਸੇ ਇਨਸਾਨ ਦੀ ਜ਼ਿੰਦਗੀ ਵਿੱਚ ਚਿੰਤਾ ਆਉਂਦੀ ਹੈ, ਉਹਦੀ ਜ਼ਿੰਦਗੀ ਦੇ ਵਿੱਚ ਇੱਕ ਹੀ ਸਵਾਲ ਉੱਠਦਾ ਹੈ, ਕਿਉਂ? ਮੇਰੇ ਨਾਲ ਕਿਉਂ ਹੋ ਰਿਹਾ ਹੈ? ਮੈਂ ਹੀ ਕਿਉਂ ਬਿਮਾਰ ਰਹਿੰਦਾ ਹਾਂ? ਮੈਂ ਹੀ ਕਿਉਂ ਗਰੀਬ ਹਾਂ? ਮੇਰਾ ਪਤੀ ਹੀ ਇਸ ਤਰ੍ਹਾਂ ਦਾ ਕਿਉਂ ਹੈ? ਮੇਰੇ ਬੱਚੇ ਹੀ ਇਸ ਤਰ੍ਹਾਂ ਦੇ ਕਿਉਂ ਹਨ? ਕਈ ਪ੍ਰਕਾਰ ਦੀਆਂ ਚਿੰਤਾਵਾਂ ਸਾਨੂੰ ਘੇਰ ਲੈਂਦੀਆਂ ਨੇ। ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਨਿਰਾਸ਼ ਰਹਿਣ ਲੱਗ ਜਾਂਦੇ ਹਾਂ। ਤੇ ਅੱਜ ਮੈਂ ਤੁਹਾਡੇ ਲਈ ਇੱਕ ਖੁਸ਼ਖਬਰੀ ਲੈ ਕੇ ਆਇਆ ਕਿ ਤੁਹਾਡਾ ਪਰਮੇਸ਼ਰ ਤੁਹਾਡੀ ਚਿੰਤਾ ਕਰਦਾ ਹੈ ਔਰ ਉਹ ਚਾਹੁੰਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋ ਜਾਓ, ਆਨੰਦ ਮਨਾਓ, ਕਿਉਂਕਿ ਪ੍ਰਭੂ ਯਿਸੂ ਨੇ ਕਿਹਾ ਮੈਂ ਤੁਹਾਡੇ ਸਾਰੇ ਦੁੱਖ ਆਨੰਦ ਦੇ ਵਿੱਚ ਬਦਲ ਦਿਆਂਗਾ। ਉਹ ਪਰਮੇਸ਼ਰ ਤੁਹਾਡੀ ਚਿੰਤਾ ਨੂੰ ਦੂਰ ਕਰਨਾ ਚਾਹੁੰਦਾ ਹੈ। ਉਹ ਪਰਮੇਸ਼ਰ ਤੁਹਾਡੀ ਜ਼ਿੰਦਗੀ 'ਚ ਖੁਸ਼ਹਾਲੀ ਲੈ ਕੇ ਆਉਣਾ ਚਾਹੁੰਦਾ ਹੈ। ਉਹ ਪਰਮੇਸ਼ਰ ਤੁਹਾਡੇ ਜੀਵਨ ਨੂੰ ਫਲਦਾਰ ਬਣਾਉਣਾ ਚਾਹੁੰਦਾ ਹੈ। ਸਾਰਿਆਂ ਨੂੰ ਜੈ ਮਸੀਹ ਦੀ। मैं परमेश्वर दे दास पास्टर सुनील के सहोता न्यू कवनेंट चर्च बटाला वालों फिर एक बार आप सब का स्वागत करते हैं। परमेश्वर का धन्यवाद करते कि परमेश्वर ने सानू मौका दिता है कि असी अज फिर एक बार मिल के प्रभु के वचन को सीख सकीए। सो आइए मेरे नाल अपनी बाइबल को खोलीए। पहला पतरस की किताब उहदा 5 अध्याय उहदे 7 वचन असी पढ़ांगे ते प्रभु के वचन दे विचों सीखांगे। अते अपनी सारी चिंता उस उत्ते सुट छड्डो क्यों जो ओनू तुहाडा फिक्र है। प्रभु के वचन पढ़े जान ते प्रभु की आशीष ते बरकत होवे। खुदावन के वचन दे विच लिखिया है कि तुसी अपनी सारी चिंता परमेश्वर ते सुट दिओ क्योंकि उन्होंने तुहाडा फिक्र है। इस संसार दे विच रहिंदे होया हर एक इंसान नूं कोई ना कोई चिंता हुंदी है, कोई ना कोई परेशानी हुंदी है, कोई ना कोई ऐसा दुख हुंदा है जिहदे कारण असी बहुत ही व्याकुल हो जाने हैं, बड़े चिंतित हो जाने हैं। असी सोचते हैं कि शायद खत्म हो गया। अगर असी इस दुनिया दे विच वेखीए कोई भी ऐसा इंसान नहीं है जिहदी जिंदगी दे विच कोई चिंता नहीं है। भावें कोई अमीर है, भावें कोई गरीब है, भावें कोई वड्डा है, भावें कोई छोटा है, भावें कोई किसी भी जाति तो है, चाहे किसी भी पिंड, किसी नगर, किसी शहर तो है, हर किसी नूं कोई ना कोई चिंता जरूर हुंदी है। इसे करके परमेश्वर दे वचन दे विच लिखिया है कि कोई इंसान चिंता करके अपने एक भी काले वाल तो चिट्टा नहीं कर सकता और चिट्टे वाल नूं काला नहीं कर सकता। मेरे प्यारे अजीजो, असी चिंता करके अपनी मंजिल नूं पार नहीं कर सकते। असी चिंता करके उस लक्ष्य तक नहीं पहुंच सकते जिथे असी पहुंचना है। चिंतावां कई बार सानू उस वड्डे काम तो रोक दिंदियां ने जो असी अपनी जिंदगी दे विच करना चाहुंदे हैं। इसी करके परमेश्वर का वचन कहता है कि तुसी सारी चिंता उस उत्ते सुट दिओ, तुसी आज़ाद हो जाओ और आज़ादी दे नाल अपनी जिंदगी दे विच अगे वधो। कई बार जदों असी अपनी चिंता खुद करदे हैं, ਜਦੋਂ ਬਹੁਤੇ ਅਸੀਂ ਚਿੰतित ਹੋ ਜਾਂਦੇ ਹਾਂ, ਇਹਦਾ ਮਤਲਬ ਇਹ ਹੁੰਦਾ ਹੈ ਕਿ ਸਾਨੂੰ ਆਪਣੇ ਪਰਮੇਸ਼ਵਰ ਤੇ ਭਰੋਸਾ ਨਹੀਂ ਹੈ ਅਤੇ ਅਸੀਂ ਆਪਣੀ ਕਾਬਲੀਅਤ ਦੇ ਵਿੱਚ ਜ਼ਿਆਦਾ ਵਿਸ਼ਵਾਸ ਕਰਦੇ ਹਾਂ ਕਿ ਅਸੀਂ ਇਸ ਗੱਲ ਨੂੰ ਮੈਨੇਜ ਕਰ ਲਵਾਂਗੇ, ਅਸੀਂ ਸਭ ਕੁਝ ਠੀਕ ਕਰ ਸਕਦੇ ਹਾਂ। ਜਦੋਂ ਅਸੀਂ ਆਪਣੀ ਜ਼ਿੰਦਗੀ ਵਿੱਚ ਸੋਚਦੇ ਕਿ ਅਸੀਂ ਸਭ ਕੁਝ ਠੀਕ ਕਰ ਸਕਦੇ ਹਾਂ, ਉਦੋਂ ਹੀ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਫੇਲ ਹੋ ਜਾਂਦਾ ਹੈ, ਉਦੋਂ ਹੀ ਇਨਸਾਨ ਆਪਣੀ ਜ਼ਿੰਦਗੀ ਵਿੱਚ ਅਸਫਲ ਹੋ ਜਾਂਦਾ ਹੈ। ਇਸ ਕਰਕੇ ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਤੂੰ ਆਪਣੇ ਪੂਰੇ ਦਿਲ ਤੋਂ ਪਰਮੇਸ਼ਵਰ ਤੇ ਭਰੋਸਾ ਰੱਖ ਅਤੇ ਆਪਣੀ ਹੀ ਬੁੱਧ ਤੇ ਇਤਬਾਰ ਨਾ ਕਰ। ਸਾਨੂੰ ਭਰੋਸਾ ਰੱਖਣਾ ਚਾਹੀਦਾ ਹੈ ਪਰਮੇਸ਼ਵਰ ਦੇ ਪ੍ਰੇਮ ਤੇ, ਸਾਨੂੰ ਭਰੋਸਾ ਹੋਣਾ ਚਾਹੀਦਾ ਹੈ ਪਰਮੇਸ਼ਵਰ ਦੇ ਵੱਡੇ ਕੰਮਾਂ ਤੇ, ਸਾਨੂੰ ਪਰਮੇਸ਼ਵਰ ਦੇ ਸ਼ਕਤੀ ਤੇ ਉਹਦੇ ਜਲਾਲ ਤੇ ਭਰੋਸਾ ਹੋਣਾ ਚਾਹੀਦਾ ਕਿ ਪਰਮੇਸ਼ਵਰ ਸਾਡੀ ਜ਼ਿੰਦਗੀ ਵਿੱਚ ਸਾਨੂੰ ਦੁੱਖਾਂ ਤੋਂ ਛੁਡਾ ਸਕਦਾ ਹੈ, ਪਰਮੇਸ਼ਵਰ ਸਾਡੀ ਬਿਮਾਰੀ ਤੋਂ ਸਾਨੂੰ ਚੰਗਾ ਕੱਢ ਸਕਦਾ ਹੈ, ਪਰਮੇਸ਼ਵਰ ਸਾਨੂੰ ਸਾਡੀ ਗਰੀਬੀ ਦੇ ਵਿੱਚੋਂ ਬਾਹਰ ਕੱਢ ਸਕਦਾ ਹੈ, ਪਰਮੇਸ਼ਵਰ ਤੁਹਾਡੇ ਬੱਚਿਆਂ ਨੂੰ ਚੰਗਾ ਭਵਿੱਖ ਦੇ ਸਕਦਾ ਹੈ। ਜਦ ਅਸੀਂ ਪਰਮੇਸ਼ਵਰ ਤੇ ਪੂਰੀ ਤਰੀਕੇ ਨਾਲ ਭਰੋਸਾ ਰੱਖਾਂਗੇ ਉਦੋਂ ਹੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਸਕਦੇ ਹਾਂ। ਕਿਉਂਕਿ ਜੇ ਅਸੀਂ ਕਹਿੰਦੇ ਹਾਂ ਕਿ ਅਸੀਂ ਵਿਸ਼ਵਾਸੀ ਹਾਂ, ਜੇ ਅਸੀਂ ਸੋਚਦੇ ਹਾਂ ਕਿ ਪ੍ਰਭੂ ਸਾਡੇ ਨਾਲ ਰਹਿੰਦਾ ਹੈ ਤੇ ਫਿਰ ਵੀ ਅਸੀਂ ਚਿੰਤਾ ਦੇ ਵਿੱਚ ਡੁੱਬੇ ਰਹਿੰਦੇ ਹਾਂ, ਇਹਦਾ ਮਤਲਬ ਇਹ ਹੈ ਕਿ ਸਾਨੂੰ ਆਪਣੇ ਪਰਮੇਸ਼ਵਰ ਤੇ ਭਰੋਸਾ ਨਹੀਂ ਹੈ। ਜਦੋਂ ਅਸੀਂ ਪਰਮੇਸ਼ਵਰ ਦੇ ਉੱਤੇ ਵਿਸ਼ਵਾਸ ਕਰਨਾ, ਉਹਦੇ ਤੇ ਭਰੋਸਾ ਕਰਨਾ ਘੱਟ ਕਰ ਦਿੰਦੇ ਹਾਂ ਤੇ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਡਾਊਨ ਹੋ ਜਾਂਦੇ ਹਾਂ, ਆਪਣੀ ਜ਼ਿੰਦਗੀ ਦੇ ਵਿੱਚ ਨਿਰਾਸ਼ ਰਹਿਣ ਲੱਗ ਜਾਂਦੇ ਹਾਂ। ਅਸੀਂ ਉਹਨਾਂ ਲਕਸ਼ ਤੋਂ ਭਟਕ ਜਾਂਦੇ ਹਾਂ ਜੋ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਰੱਖੇ ਨੇ ਤਾਂ ਕਿ ਅਸੀਂ ਉੱਥੇ ਤੱਕ ਪਹੁੰਚ ਸਕੀਏ। ਅਸੀਂ ਜਦੋਂ ਚਿੰਤਾ ਦੀ ਗੱਲ ਕਰ ਰਹੇ ਹਾਂ ਕਿ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਚਿੰਤਾ ਹੈ। ਜਦੋਂ ਕਿਸੇ ਇਨਸਾਨ ਦੀ ਜ਼ਿੰਦਗੀ ਵਿੱਚ ਚਿੰਤਾ ਆਉਂਦੀ ਹੈ, ਉਹਦੀ ਜ਼ਿੰਦਗੀ ਦੇ ਵਿੱਚ ਇੱਕ ਹੀ ਸਵਾਲ ਉੱਠਦਾ ਹੈ, ਕਿਉਂ? ਮੇਰੇ ਨਾਲ ਕਿਉਂ ਹੋ ਰਿਹਾ ਹੈ? ਮੈਂ ਹੀ ਕਿਉਂ ਬਿਮਾਰ ਰਹਿੰਦਾ ਹਾਂ? ਮੈਂ ਹੀ ਕਿਉਂ ਗਰੀਬ ਹਾਂ? ਮੇਰਾ ਪਤੀ ਹੀ ਇਸ ਤਰ੍ਹਾਂ ਦਾ ਕਿਉਂ ਹੈ? ਮੇਰੇ ਬੱਚੇ ਹੀ ਇਸ ਤਰ੍ਹਾਂ ਦੇ ਕਿਉਂ ਹਨ? ਕਈ ਪ੍ਰਕਾਰ ਦੀਆਂ ਚਿੰਤਾਵਾਂ ਸਾਨੂੰ ਘੇਰ ਲੈਂਦੀਆਂ ਨੇ। ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਨਿਰਾਸ਼ ਰਹਿਣ ਲੱਗ ਜਾਂਦੇ ਹਾਂ
ਤੇ ਅੱਜ ਮੈਂ ਤੁਹਾਡੇ ਲਈ ਇੱਕ ਖੁਸ਼ਖਬਰੀ ਲੈ ਕੇ ਆਇਆ ਕਿ ਤੁਹਾਡਾ ਪਰਮੇਸ਼ਰ ਤੁਹਾਡੀ ਚਿੰਤਾ ਕਰਦਾ ਹੈ ਔਰ ਉਹ ਚਾਹੁੰਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋ ਜਾਓ, ਆਨੰਦ ਮਨਾਓ, ਕਿਉਂਕਿ ਪ੍ਰਭੂ ਯਿਸੂ ਨੇ ਕਿਹਾ ਮੈਂ ਤੁਹਾਡੇ ਸਾਰੇ ਦੁੱਖ ਆਨੰਦ ਦੇ ਵਿੱਚ ਬਦਲ ਦਿਆਂਗਾ। ਉਹ ਪਰਮੇਸ਼ਰ ਤੁਹਾਡੀ ਚਿੰਤਾ ਨੂੰ ਦੂਰ ਕਰਨਾ ਚਾਹੁੰਦਾ ਹੈ। ਉਹ ਪਰਮੇਸ਼ਰ ਤੁਹਾਡੀ ਜ਼ਿੰਦਗੀ 'ਚ ਖੁਸ਼ਹਾਲੀ ਲੈ ਕੇ ਆਉਣਾ ਚਾਹੁੰਦਾ ਹੈ। ਉਹ ਪਰਮੇਸ਼ਰ ਤੁਹਾਡੇ ਜੀਵਨ ਨੂੰ ਫਲਦਾਰ ਬਣਾਉਣਾ ਚਾਹੁੰਦਾ ਹੈ। ਆਈਏ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਕੁਝ ਗੱਲਾਂ ਨੂੰ ਸਿੱਖਾਂਗੇ ਕਿ ਚਿੰਤਾ ਇਨਸਾਨ ਦੇ ਜੀਵਨ ਦੇ ਵਿੱਚ ਆਉਂਦੀ ਕਿਉਂ ਹੈ। ਜਦੋਂ ਅਸੀਂ ਚਿੰਤਾ ਦੀ ਗੱਲ ਕਰ ਰਹੇ ਹਾਂ ਔਰ ਪ੍ਰਭੂ ਦਾ ਵਚਨ ਕਹਿੰਦਾ ਕਿ ਆਪਣੀ ਚਿੰਤਾ ਮੇਰੇ ਉੱਤੇ ਸੁੱਟ ਦਿਓ, ਅਕਸਰ ਚਿੰਤਾ ਆਉਂਦੀ ਕਿਉਂ? ਕਿਉਂਕਿ ਹਰ ਗੱਲ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ। ਜਦੋਂ ਸਾਡੀ ਜ਼ਿੰਦਗੀ ਵਿੱਚ ਕੋਈ ਵੀ ਘਟਨਾ ਵਾਪਰਦੀ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ ਤੇ ਫੇਰ ਹੀ ਕੋਈ ਘਟਨਾ ਵਾਪਰਦੀ ਹੈ। ਅਗਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਚਿੰਤਾ ਆਈ ਹੈ, ਉਹਦਾ ਕੁਝ ਕਾਰਨ ਹੈ। ਅਸੀਂ ਅੱਜ ਦੇਖਾਂਗੇ ਕਿੰਨਾ ਕਾਰਨਾਂ ਦੇ ਕਾਰਨ ਸਾਡੀ ਜ਼ਿੰਦਗੀ ਵਿੱਚ ਚਿੰਤਾ ਆਉਂਦੀ ਹੈ ਅਤੇ ਕਿਵੇਂ ਅਸੀਂ ਆਪਣੀਆਂ ਚਿੰਤਾਵਾਂ ਤੋਂ ਛੁਟਕਾਰਾ ਪ੍ਰਾਪਤ ਕਰ ਸਕਦੇ ਹਾਂ। ਪਹਿਲੀ ਗੱਲ, ਜਦੋਂ ਤੁਸੀਂ ਮੇਰੇ ਨਾਲ ਆਪਣੀ ਬਾਈਬਲ ਨੂੰ ਖੋਲੋਗੇ, ਉਤਪਤੀ ਦੀ ਕਿਤਾਬ ਉਹਦਾ 37 ਅਧਿਆਇ ਤੁਸੀਂ ਮੇਰੇ ਨਾਲ ਪੜ੍ਹਦੇ ਹੋ। ਉਤਪਤੀ ਦੀ ਕਿਤਾਬ 37 ਅਧਿਆਇ ਦੇ ਵਿੱਚ ਲਿਖਿਆ ਹੈ ਕਿ ਯੂਸਫ ਇੱਕ ਛੋਟਾ ਬਾਲਕ ਸੀ ਔਰ ਉਹਨੇ ਇੱਕ ਆਪਣੀ ਜ਼ਿੰਦਗੀ ਵਿੱਚ ਦਰਸ਼ਨ ਨੂੰ ਵੇਖਿਆ ਕਿ ਮੈਂ ਵੱਡਾ ਹੋ ਕੇ ਪ੍ਰਧਾਨ ਬਣਾਂਗਾ। ਔਰ ਇਹ ਗੱਲ ਜਿਹੜੀ ਹੈ ਉਹਦੇ ਭਰਾਵਾਂ ਨੂੰ ਅੱਛੀ ਨਹੀਂ ਲੱਗੀ। ਜਦ ਉਹਦੇ ਭਰਾਵਾਂ ਨੇ ਗੱਲ ਸੁਣੀ ਕਿ ਯੂਸਫ ਸਾਡੇ ਉੱਤੇ ਪ੍ਰਧਾਨ ਲੱਗੇਗਾ ਜਾਂ ਯੂਸਫ ਸਾਡੇ ਨਾਲੋਂ ਅੱਗੇ ਵੱਧ ਜਾਏਗਾ, ਬਾਈਬਲ 'ਚ ਲਿਖਿਆ ਉਹਦੇ ਭਰਾਵਾਂ ਨੇ ਉਹਦੇ ਨਾਲ ਈਰਖਾ ਕੀਤੀ ਅਤੇ ਉਸ ਨਾਲ ਵੈਰ ਰੱਖਣ ਲੱਗੇ ਤੇ ਉਹਨਾਂ ਨੇ ਫੜ ਕੇ ਉਹਨੂੰ ਖੂਹ ਦੇ ਵਿੱਚ ਸੁੱਟ ਦਿੱਤਾ। ਜਦੋਂ ਉਹਨੂੰ ਖੂਹ ਦੇ ਵਿੱਚ ਸੁੱਟ ਦਿੱਤਾ ਤੇ ਚਿੰਤਾ ਤੇ ਜ਼ਿੰਦਗੀ ਵਿੱਚ ਆ ਗਈ ਨਾ, ਹੁਣ ਮਰਨ ਦਾ ਡਰ ਇੱਕ ਜ਼ਿੰਦਗੀ ਦੇ ਵਿੱਚ ਪੈਦਾ ਹੋ ਗਿਆ ਕਿ ਸ਼ਾਇਦ ਮੇਰੀ ਜ਼ਿੰਦਗੀ ਇੱਥੇ ਖਤਮ ਹੋ ਜਾਏਗੀ। ਮੈਂ ਤੇ ਪ੍ਰਧਾਨ ਬਣਨਾ ਚਾਹੁੰਦਾ ਸੀ ਪਰ ਮੈਂ ਤੇ ਬਹੁਤ ਡਾਊਨ ਚਲਾ ਗਿਆ, ਮੈਂ ਤੇ ਖੂਹ ਦੇ ਵਿੱਚ ਆ ਗਿਆ। ਮੇਰੇ ਭੈਣ ਤੇ ਭਰਾਵੋ, ਅਸੀਂ ਦੇਖਦੇ ਕਿ ਇੱਥੇ ਚਿੰਤਾ ਦਾ ਕਾਰਨ ਯੂਸਫ ਦੀ ਕੋਈ ਗਲਤੀ ਨਹੀਂ ਸੀ, ਉਹਦੇ ਭਰਾਵਾਂ ਦੇ ਕਾਰਨ ਯੂਸਫ ਜਿਹੜਾ ਸੀ ਚਿੰਤਾ ਦੇ ਵਿੱਚ ਪੈ ਗਿਆ। ਸਿਰਫ ਉਹਨੂੰ ਖੂਹ ਦੇ ਵਿੱਚ ਹੀ ਨਹੀਂ ਸੁੱਟਿਆ, ਉਸ ਤੋਂ ਬਾਅਦ ਉਹਨੂੰ ਗੁਲਾਮੀ ਦੇ ਘਰ ਦੇ ਵਿੱਚ ਜਾਣਾ ਪਿਆ। ਹਾਲਾਂਕਿ ਉਹਦਾ ਕੋਈ ਕਸੂਰ ਨਹੀਂ ਸੀ, ਉਹਨੇ ਕੋਈ ਗੁਨਾਹ ਨਹੀਂ ਸੀ ਕੀਤਾ, ਉਹਨੇ ਕੋਈ ਗਲਤੀ ਨਹੀਂ ਸੀ ਕੀਤੀ, ਉਹਨੇ ਕੋਈ ਐਸਾ ਕੰਮ ਨਹੀਂ ਸੀ ਕੀਤਾ ਕਿ ਉਹਦੀ ਜ਼ਿੰਦਗੀ ਵਿੱਚ ਉਹਨੂੰ ਇਹ ਹਾਲਾਤਾਂ ਦੇ ਵਿੱਚੋਂ ਕਿ ਗੁਜ਼ਰਨਾ ਪਏ। ਪਰ ਉਹਦੇ ਭਰਾਵਾਂ ਦੇ ਕਾਰਨ ਉਹ ਖੂਹ ਦੇ ਵਿੱਚ ਗਿਆ, ਉਹਦੇ ਭਰਾਵਾਂ ਦੇ ਕਾਰਨ ਨੂੰ ਗੁਲਾਮੀ ਕਰ ਜਾਣਾ ਪਿਆ ਔਰ ਉਹਦੇ ਭਰਾਵਾਂ ਦੇ ਕਾਰਨ ਹੀ ਉਹਨੂੰ ਜੇਲ੍ਹ ਵਿੱਚ ਵੀ ਜਾਣਾ ਪਿਆ। ਕਈ ਵਾਰ ਸਾਡੀ ਜ਼ਿੰਦਗੀ ਵਿੱਚ ਇਹੋ ਜਿਹੀਆਂ ਪਰਿਸਥਿਤੀਆਂ ਆ ਜਾਂਦੀਆਂ ਨੇ ਜਿਨ੍ਹਾਂ ਦਾ ਸਾਹਮਣਾ ਕਰਨਾ ਔਖਾ ਹੋ ਜਾਂਦਾ ਹੈ। ਇੱਕ ਬਿਪਤਾ ਤੋਂ ਬਾਅਦ ਦੂਸਰੀ ਬਿਪਤਾ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੀ ਹੈ, ਇੱਕ ਪਰੇਸ਼ਾਨੀ ਤੋਂ ਬਾਅਦ ਦੂਸਰੀ ਪਰੇਸ਼ਾਨੀ ਆਉਂਦੀ ਹੈ ਔਰ ਸਾਡੀ ਜ਼ਿੰਦਗੀ 'ਚ ਇੱਕ ਹੀ ਸਵਾਲ ਹੁੰਦਾ ਹੈ, ਕਿਉਂ? ਜਦੋਂ ਸਾਡੀ ਜ਼ਿੰਦਗੀ ਵਿੱਚ ਚਿੰਤਾ ਆਉਂਦੀ ਹੈ, ਪਰੇਸ਼ਾਨੀ ਆਉਂਦੀ ਹੈ, ਕੋਈ ਮੁਸ਼ਕਲ ਆਉਂਦੀ ਹੈ ਤੇ ਸਾਨੂੰ ਉਹਦਾ ਕਾਰਨ ਲੱਭਣ ਦੀ ਜ਼ਰੂਰਤ ਹੈ। ਔਰ ਜਿਵੇਂ ਅਸੀਂ ਵੇਖਿਆ ਕਿ ਇੱਥੇ ਯੂਸਫ ਦੇ ਭਰਾਵਾਂ ਦੇ ਕਾਰਨ ਉਹਦੀ ਜ਼ਿੰਦਗੀ ਵਿੱਚ ਚਿੰਤਾ ਆਈ ਤੇ ਪਰੇਸ਼ਾਨੀ ਆ ਗਈ। ਹੋ ਸਕਦਾ ਅਸੀਂ ਬਹੁਤ ਪ੍ਰਾਰਥਨਾ ਕਰਨ ਵਾਲੇ ਹਾਂ, ਹੋ ਸਕਦਾ ਕਿ ਅਸੀਂ ਪ੍ਰਭੂ ਦੇ ਵਚਨ ਤੇ ਚੱਲਣ ਵਾਲੇ, ਹੋ ਸਕਦਾ ਅਸੀਂ ਚਰਚ ਜਾਂਦੇ ਹਾਂ ਪਰ ਸਾਡੇ ਘਰ ਵਿੱਚ ਪਰੇਸ਼ਾਨੀ ਰਹਿੰਦੀ ਹੈ, ਚਿੰਤਾ ਰਹਿੰਦੀ ਹੈ, ਮਨ ਉਦਾਸ ਰਹਿੰਦਾ ਹੈ। ਤੇ ਮੇਰੇ ਭੈਣ ਤੇ ਪ੍ਰਭੂ, ਅੱਜ ਸਾਨੂੰ ਖੋਜ ਕਰਨ ਦੀ ਲੋੜ ਹੈ ਕਿ ਚਿੰਤਾ ਕਿਉਂ ਹੈ। ਕਿਤੇ ਵੇਖੋ ਤੁਹਾਡੇ ਬੱਚਿਆਂ ਕਰਕੇ ਤੇ ਤੁਹਾਡੇ ਜੀਵਨ ਚਿੰਤਾ ਨਹੀਂ ਹੈ, ਕਿ ਤੁਹਾਡੇ ਪਤੀ ਕਰਕੇ ਤੁਹਾਡੇ ਘਰ ਦੇ ਵਿੱਚ ਚਿੰਤਾ ਹੈ, ਕਿ ਤੁਹਾਡੀ ਪਤਨੀ ਕਰਕੇ ਘਰ ਦੇ ਵਿੱਚ ਚਿੰਤਾ ਹੈ, ਕਿ ਕੋਈ ਆਂਢ ਗੁਆਂਢ ਦੇ ਲੋਕ ਤੁਹਾਡੀ ਚਿੰਤਾ ਦਾ ਕਾਰਨ ਨੇ। ਅਗਰ ਕੋਈ ਐਸਾ ਹੈ ਤੇ ਉਹਦਾ ਹੱਲ ਵੀ ਪਰਮੇਸ਼ਵਰ ਨੇ ਬਣਾਇਆ। ਬਾਈਬਲ 'ਚ ਲਿਖਿਆ ਯੂਸਫ ਚਿੰਤਿਤ ਹੋਇਆ, ਯੂਸਫ ਦੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀ ਆਈ, ਦੁੱਖ ਮੁਸੀਬਤ ਆਇਆ, ਉਹਨੇ ਉਹਦਾ ਹੱਲ ਪਤਾ ਕਿਵੇਂ ਕੱਢਿਆ? ਅੱਜ ਮੈਂ ਤੁਹਾਨੂੰ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਇੱਕ ਗਹਿਰਾ ਭੇਦ ਦੇਵਾਂਗਾ। ਯੂਸਫ ਨੇ ਆਪਣੇ ਭਰਾਵਾਂ ਨੂੰ ਮਾਫ ਕਰ ਦਿੱਤਾ। ਸਭ ਬੋਲੀਏ ਹਾਲੇਲੂਇਆ। ਯੂਸਫ ਜਾਣਦਾ ਸੀ ਕਿ ਮੇਰੇ ਭਰਾਵਾਂ ਦੇ ਕਾਰਨ ਮੇਰੇ ਤੇ ਦੁੱਖ ਆਇਆ ਹੈ। ਯੂਸਫ ਜਾਣਦਾ ਸੀ ਮੇਰੇ ਭਰਾਵਾਂ ਦੇ ਕਾਰਨ ਮੈਨੂੰ ਖੂਹ ਜਾਣਾ ਪਿਆ, ਗੁਲਾਮ ਬਣਨਾ ਪਿਆ, ਕੈਦੀ ਬਣਨਾ ਪਿਆ, ਪਰ ਉਹਨੇ ਆਪਣੇ ਭਰਾਵਾਂ ਨੂੰ ਮਾਫ ਕਰ ਦਿੱਤਾ ਔਰ ਉਹਨੇ ਆਪਣੇ ਭਰਾਵਾਂ ਨੂੰ ਕਿਹਾ ਕਿ ਮੈਨੂੰ ਪਰਮੇਸ਼ਵਰ ਨੇ ਇਸੇ ਕੰਮ ਦੇ ਲਈ ਭੇਜਿਆ ਹੈ ਤਾਂ ਕਿ ਮੈਂ ਤੁਹਾਡੀਆਂ ਜ਼ਿੰਦਗੀਆਂ ਦਾ ਰਖਵਾਲਾ ਬਣ ਸਕਾਂ। ਇਸੇ ਕਰਕੇ ਪ੍ਰਭੂ ਯਿਸੂ ਨੇ ਕਿਹਾ, ਜਿਹੜੇ ਤੁਹਾਨੂੰ ਸਤਾਉਂਦੇ ਨੇ ਤੁਸੀਂ ਉਹਨਾਂ ਲਈ ਪ੍ਰਾਰਥਨਾ ਕਰੋ, ਜਿਹੜੇ ਤੁਹਾਡੇ ਨਾਲ ਵਿਰੋਧ ਕਰਦੇ ਨੇ ਤੁਸੀਂ ਉਹਨਾਂ ਨਾਲ ਪਿਆਰ ਕਰੋ। ਮੇਰੇ ਭੈਣ ਤੇ ਭਰਾਵੋ, ਅਸੀਂ ਆਪਣੀਆਂ ਚਿੰਤਾਵਾਂ ਨੂੰ ਕਈ ਵਾਰੀ ਖੁਦ ਹੀ ਵਧਾ ਲੈਂਦੇ ਹਾਂ। ਅਗਰ ਤੁਸੀਂ ਕਿਸੇ ਦੇ ਨਾਲ ਗੁੱਸੇ ਰਹਿੰਦੇ ਹੋ ਸਕਦਾ ਜਿਹਦੇ ਨਾਲ ਤੁਸੀਂ ਗੁੱਸੇ ਹੋ ਉਹਨੂੰ ਕੋਈ ਉਹਦੇ ਨਾਲ ਫਰਕ ਨਾ ਪਵੇ, ਪਰ ਤੁਹਾਡੇ ਅੰਦਰ ਦੀ ਕੜਵਾਹਟ ਜਿਹੜੀ ਹੈ ਉਹ ਵੱਧਦੀ ਜਾਵੇਗੀ। ਤੁਸੀਂ ਕਿਸੇ ਜਿਹਦੇ ਨਾਲ ਤੁਸੀਂ ਵਿਰੋਧ ਕਰਦੇ ਹੋ ਉਹਨੂੰ ਵੇਖ ਕੇ ਤੁਹਾਨੂੰ ਗੁੱਸਾ ਆ ਜਾਏਗਾ, ਉਹਨੂੰ ਵੇਖ ਕੇ ਤੁਸੀਂ ਪਰੇਸ਼ਾਨ ਹੋ ਜਾਓਗੇ ਹਰ ਵੇਲੇ, ਉਹਨੂੰ ਵੇਖ ਕੇ ਤੁਹਾਡੇ ਅੰਦਰ ਇੱਕ ਕ੍ਰੋਧ ਆ ਜਾਏਗਾ ਤੇ ਤੁਸੀਂ ਆਪਣੀ ਹੀ ਸ਼ਾਂਤੀ ਗਵਾ ਲੋਗੇ। ਇਹਦੇ ਨਾਲੋਂ ਚੰਗਾ ਹੈ ਕਿ ਜੇ ਸਾਡਾ ਕੋਈ ਭੈਣ ਭਰਾ, ਸਾਡਾ ਕੋਈ ਮਿੱਤਰ ਦੋਸਤ ਤੁਹਾਡੀ ਚਿੰਤਾਵਾਂ ਦਾ ਕਾਰਨ ਹੈ, ਉਹਨੂੰ ਆਪਣੇ ਦਿਲ ਤੋਂ ਮਾਫ ਕਰ ਦੇਵੋ ਔਰ ਉਹਨੂੰ ਆਪਣੀ ਚਿੰਤਾ ਨੂੰ ਪ੍ਰਭੂ ਤੇ ਸੁੱਟ ਦਿਓ। ਪ੍ਰਭੂ ਨੂੰ ਕਹੋ, ਪ੍ਰਭੂ ਤੂੰ ਉਹਦਾ ਜੀਵਨ ਬਦਲ ਦੇ। ਔਰ ਬਾਈਬਲ 'ਚ ਲਿਖਿਆ, ਜਦ ਪਰਮੇਸ਼ਵਰ ਦੀ ਕਿਰਪਾ ਕਿਸੇ ਤੇ ਹੁੰਦੀ ਹੈ ਤੇ ਉਹਦੇ ਵਿਰੋਧੀਆਂ ਦੇ ਨਾਲ ਵੀ ਉਹਦਾ ਮੇਲ ਕਰਾ ਦਿੰਦਾ ਹੈ। ਸਭ ਬੋਲੀਏ ਹਾਲੇਲੂਇਆ। ਇਸ ਕਰਕੇ ਸਾਨੂੰ ਚਾਹੀਦਾ ਕਿ ਅਸੀਂ ਆਪਣੀਆਂ ਸਾਰੀਆਂ ਚਿੰਤਾਵਾਂ ਨੂੰ ਪਰਮੇਸ਼ਵਰ ਤੇ ਸੁੱਟ ਦਈਏ, ਕਿਉਂਕਿ
परमेश्वर का वचन ही है ਜਿਹੜਾ ਇਨਸਾਨ ਨੂੰ ਬਲ ਦਿੰਦਾ ਹੈ। ਬਾਈਬਲ ਦੇ ਵਿੱਚ ਲਿਖਿਆ ਹੈ ਕਿ ਪਰਮੇਸ਼ਵਰ ਦੇ ਵਚਨ ਵਿੱਚ ਸਾਮਰਥ ਹੈ। ਜਦ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਓਬੇ ਕਰਦੇ ਹਾਂ, ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਦੀ ਆਗਿਆ ਕਰਦੇ ਹਾਂ, ਉਹ ਸਾਡੀਆਂ ਜ਼ਿੰਦਗੀਆਂ ਨੂੰ ਬਦਲ ਦਿੰਦਾ ਹੈ। ਮੇਰੇ ਭੈਣ ਤੇ ਭਰਾਵੋ, ਅਗਰ ਤੁਸੀਂ ਕਿਸੇ ਦੀ ਜ਼ਿੰਦਗੀ ਬਦਲਣਾ ਚਾਹੁੰਦੇ ਹੋ, ਤੁਸੀਂ ਆਪਣੀ ਤਾਕਤ ਦੇ ਨਾਲ, ਆਪਣੀ ਕਾਬਲੀਅਤ ਦੇ ਨਾਲ, ਆਪਣੇ ਤਰੀਕਿਆਂ ਦੇ ਨਾਲ ਕਿਸੇ ਦੀ ਜ਼ਿੰਦਗੀ ਨੂੰ ਨਹੀਂ ਬਦਲ ਸਕਦੇ, ਕਿਉਂਕਿ ਜ਼ਿੰਦਗੀਆਂ ਨੂੰ ਬਦਲਣ ਵਾਲਾ ਪਰਮੇਸ਼ਵਰ ਦਾ ਵਚਨ ਹੈ। ਬਿਕੋਜ਼ ਦੇਰ ਇਜ਼ ਅ ਪਾਵਰ ਇਨ ਦਾ ਵਰਡ ਆਫ ਗਾਡ। ਪਰਮੇਸ਼ਵਰ ਦਾ ਵਚਨ ਇਨਸਾਨ ਦੇ ਜੀਵਨ ਨੂੰ ਬਦਲ ਕੇ ਰੱਖ ਦਿੰਦਾ ਹੈ। ਸਾਨੂੰ ਇੱਕ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਉਹਨਾਂ ਲੋਕਾਂ ਲਈ ਪ੍ਰਾਰਥਨਾ ਕਰੀਏ ਜਿਹੜੇ ਲੋਕ ਸਾਨੂੰ ਸਤਾਉਂਦੇ ਨੇ, ਤਾਂ ਕਿ ਅਸੀਂ ਉਹਨਾਂ ਦੀ ਆਸ਼ੀਸ਼ ਦਾ ਕਾਰਨ ਬਣ ਜਾਈਏ ਤੇ ਉਹ ਵੀ ਜਿਹੜੇ ਪ੍ਰਭੂ ਦੇ ਕੋਲ ਆ ਜਾਣ ਤੇ ਪ੍ਰਭੂ ਤੇ ਵਿਸ਼ਵਾਸ ਕਰਨ। ਔਰ ਬਾਈਬਲ 'ਚ ਲਿਖਿਆ ਕਿ ਤੂੰ ਆਪਣੀ ਹੀ ਬੁੱਧ ਉੱਤੇ ਭਰੋਸਾ ਨਾ ਰੱਖ। ਜਦੋਂ ਅਸੀਂ ਆਪਣੇ ਤਰੀਕਿਆਂ ਦੇ ਨਾਲ ਆਪਣੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ, ਕਈ ਵਾਰ ਚਿੰਤਾ ਵੱਧ ਜਾਂਦੀਆਂ ਨੇ। ਆਈਏ ਆਪਣੀ ਜ਼ਿੰਦਗੀ ਵਿੱਚ ਆਪਣੇ ਦੁਸ਼ਮਣਾਂ ਨੂੰ ਮਾਫ ਕਰੀਏ। ਜੇ ਤੁਹਾਡੀ ਭੈਣ ਦੇ ਨਾਲ ਝਗੜਾ ਹੈ, ਤੁਹਾਡੇ ਭਾਈ ਦੇ ਨਾਲ ਝਗੜਾ ਹੈ, ਤੁਹਾਡੀ ਮਾਂ ਦੇ ਨਾਲ, ਤੁਹਾਡੇ ਬਾਪ ਦੇ ਨਾਲ, ਤੁਹਾਡੇ ਬੱਚਿਆਂ ਦੇ ਨਾਲ, ਤੁਹਾਡੇ ਪਤੀ ਪਤਨੀ ਨਾਲ, ਤੁਹਾਡੇ ਆਂਢ ਗੁਆਂਢੀਆਂ ਦੇ ਨਾਲ, ਅੱਜ ਇੱਕ ਨਿਰਣੇ ਲਈਏ ਜ਼ਿੰਦਗੀ ਦੇ ਵਿੱਚੋਂ ਕਿ ਪ੍ਰਭੂ ਮੈਂ ਉਹਨੂੰ ਮਾਫ ਕਰ ਦੇਵਾਂਗੀ, ਮੈਂ ਉਹਨੂੰ ਮਾਫ ਕਰ ਦੇਵਾਂਗਾ। ਉਹਨਾਂ ਕੋਲ ਬਦਲਾ ਲੈਣ ਦੀ ਆਸ ਨਾ ਰੱਖੀਏ, ਬਦਲਾ ਲੈਣ ਦੀ ਕੋਸ਼ਿਸ਼ ਨਾ ਕਰੀਏ, ਕਿਉਂਕਿ ਬਦਲਾ ਲੈਣ ਵਾਲਾ ਤੁਹਾਡਾ ਪਰਮੇਸ਼ਵਰ ਹੈ। ਉਹ ਉਹਨਾਂ ਦੀ ਜ਼ਿੰਦਗੀ ਨੂੰ ਬਦਲ ਸਕਦਾ ਹੈ। ਦੂਸਰੀ ਗੱਲ ਅਸੀਂ ਦੇਖਾਂਗੇ ਕਿ ਸਾਡੀ ਜ਼ਿੰਦਗੀ ਵਿੱਚ ਚਿੰਤਾ ਆਉਂਦੀ ਕਿਉਂ ਹੈ ਤੇ ਅਸੀਂ ਉਹਦਾ ਹੱਲ ਕਿਵੇਂ ਕੱਢ ਸਕਦੇ ਹਾਂ। ਜਦੋਂ ਅਸੀਂ ਰੋਮੀਓ ਦੀ ਕਿਤਾਬ ਉਹਦਾ 3 ਅਧਿਆਇ ਉਹਦੇ 23 ਵਚਨ ਨੂੰ ਪੜ੍ਹਦੇ ਹਾਂ, ਪਵਿੱਤਰ ਵਚਨ ਦੇ ਵਿੱਚ ਲਿਖਿਆ ਹੈ ਕਿ ਸਭਨਾਂ ਨੇ ਪਾਪ ਕੀਤਾ ਤੇ ਪਰਮੇਸ਼ਵਰ ਦੀ ਮਹਿਮਾ ਤੋਂ ਰਹਿਤ ਹੋ ਗਏ। ਦੂਸਰੀ ਗੱਲ, ਇਨਸਾਨ ਜਿਹੜਾ ਪਾਪ ਕਰਦਾ ਹੈ, ਪਾਪ ਦੇ ਕਾਰਨ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਚਿੰਤਾ ਆ ਜਾਂਦੀ ਹੈ, ਕਿਉਂਕਿ ਪਾਪ ਜਿਹੜਾ ਇਨਸਾਨ ਨੂੰ ਨਿਰਾਸ਼ ਕਰ ਦਿੰਦਾ ਹੈ। ਅਗਰ ਤੁਸੀਂ ਵਿਸ਼ਵਾਸੀ ਹੋ, ਅਗਰ ਤੁਸੀਂ ਪ੍ਰਭੂ ਦੇ ਵਚਨ ਤੇ ਚੱਲਣ ਵਾਲੇ ਹੋ, ਅਗਰ ਤੁਸੀਂ ਪ੍ਰਾਰਥਨਾ ਕਰਨ ਵਾਲੇ ਵਿਅਕਤੀ ਹੋ, ਤੁਸੀਂ ਆਪਣੀ ਜ਼ਿੰਦਗੀ ਵਿੱਚ ਇੱਕ ਪਰਖ ਕੇ ਵੇਖ ਲਿਓ, ਇੱਕ ਵਿਸ਼ਵਾਸੀ ਇਨਸਾਨ ਪਾਪ ਕਰਕੇ ਕਦੀ ਖੁਸ਼ ਨਹੀਂ ਹੋਏਗਾ। ਜਦੋਂ ਵੀ ਕੋਈ ਵਿਸ਼ਵਾਸੀ ਇਨਸਾਨ ਪਾਪ ਕਰਦਾ ਹੈ, ਪਾਪ ਕਰਕੇ ਉਹ ਨਿਰਾਸ਼ ਹੋ ਜਾਂਦਾ ਹੈ, ਕਿਉਂਕਿ ਅੰਦਰ ਪਵਿੱਤਰ ਆਤਮਾ ਨਿਰਾਸ਼ ਹੋ ਜਾਂਦਾ ਹੈ। ਉਹ ਖੁਸ਼ ਨਹੀਂ ਹੁੰਦਾ, ਉਹਨੂੰ ਪਛਤਾਵਾ ਹੁੰਦਾ ਹੈ ਕਿ ਮੈਂ ਗਲਤੀ ਕਿਉਂ ਕੀਤੀ ਹੈ। ਲੇਕਿਨ ਉਹ ਸਾਡੀ ਗਲਤੀ ਕਈ ਵਾਰੀ ਸਾਨੂੰ ਆਤਮਿਕ ਤੌਰ ਤੇ ਪਰਮੇਸ਼ਵਰ ਦੇ ਨਾਲੋਂ ਜੁਦਾ ਕਰ ਦਿੰਦੀ ਹੈ, ਪਰਮੇਸ਼ਵਰ ਦੇ ਨਾਲ ਇੱਕ ਸੈਪਰੇਸ਼ਨ ਬਣਾ ਦਿੰਦੀ ਹੈ। ਤੇ ਸਾਨੂੰ ਕਈ ਵਾਰੀ ਇਦਾਂ ਲੱਗਣ ਲੱਗ ਜਾਂਦਾ ਕਿ ਪਰਮੇਸ਼ਵਰ ਨੇ ਸਾਨੂੰ ਛੱਡ ਦਿੱਤਾ ਤੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਚਿੰਤਿਤ ਹੋ ਜਾਂਦੇ ਹਾਂ ਕਿ ਸਾਡਾ ਭਵਿੱਖ ਕੀ ਹੋਵੇਗਾ, ਹੁਣ ਅਸੀਂ ਕੀ ਕਰਾਂਗੇ, ਕਿਉਂਕਿ ਪਰਮੇਸ਼ਵਰ ਨੇ ਸਾਨੂੰ ਛੱਡ ਦਿੱਤਾ ਹੈ। ਜਦੋਂ ਯਿਸੂ ਮਸੀਹ ਕਲਵਰੀ ਕਰੂਸ ਤੇ ਉਹਨਾਂ ਨੇ ਆਪਣਾ ਜੀਵਨ ਬਲੀਦਾਨ ਕੀਤਾ, ਉਹਨਾਂ ਨੇ ਇੱਕ ਸ਼ਬਦ ਬੋਲਿਆ ਕਿ ਹੇ ਪਰਮੇਸ਼ਵਰ ਤੂੰ ਮੈਨੂੰ ਕਿਉਂ ਛੱਡ ਦਿੱਤਾ। ਜਦੋਂ ਅਸੀਂ ਇਸ ਗੱਲ ਨੂੰ ਵੇਖੀਏ, ਜਦੋਂ ਇਹਦੇ ਭੇਤ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਪ੍ਰਭੂ ਯਿਸੂ ਮਸੀਹ ਨੇ ਕਿਉਂ ਇੰਨੀ ਗੱਲ ਕਹੀ ਕਿ ਹੇ ਪਿਤਾ ਤੂੰ ਮੈਨੂੰ ਕਿਉਂ ਛੱਡ ਦਿੱਤਾ, ਕੀ ਪਿਤਾ ਨੇ ਉਹਨੂੰ ਛੱਡ ਦਿੱਤਾ ਸੀ? ਮੇਰੇ ਪਿਆਰੇ ਅਜ਼ੀਜ਼ੋ, ਪਿਤਾ ਨੇ ਪ੍ਰਭੂ ਯਿਸੂ ਮਸੀਹ ਨੂੰ ਕਦੇ ਵੀ ਨਹੀਂ ਛੱਡਿਆ, ਕਿਉਂਕਿ ਯਿਸੂ ਮਸੀਹ ਤੇ ਪਿਤਾ ਇੱਕ ਹੀ ਨੇ। ਪਰ ਬਾਈਬਲ 'ਚ ਲਿਖਿਆ ਕਿ ਪ੍ਰਭੂ ਨੇ ਸਾਡੇ ਸਾਰੇ ਪਾਪ ਯਿਸੂ ਮਸੀਹ ਦੇ ਉੱਤੇ ਲੱਦ ਦਿੱਤੇ। ਜਦੋਂ ਅਸੀਂ ਯਸ਼ਾਇਆ ਦੀ ਕਿਤਾਬ ਉਹਦਾ 53 ਅਧਿਆਇ ਉਹਦੇ 5 ਵਚਨ ਨੂੰ ਪੜ੍ਹਦੇ ਹਾਂ, ਪਵਿੱਤਰ ਵਚਨ ਦੇ ਵਿੱਚ ਲਿਖਿਆ ਸਾਡੇ ਅਪਰਾਧਾਂ ਦੇ ਲਈ ਉਹ ਕਾਇਲ ਕੀਤਾ ਗਿਆ, ਸਾਡੀਆਂ ਬਦੀਆਂ ਦੇ ਲਈ ਉਹ ਕੁਚਲਿਆ ਗਿਆ, ਸਾਡੀ ਸ਼ਾਂਤੀ ਲਈ ਉੱਤੇ ਤਾੜਨਾ ਹੋਈ ਅਤੇ ਉਹਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ ਹਾਂ। ਪ੍ਰਭੂ ਯਿਸੂ ਮਸੀਹ ਤੇ ਪੂਰੀ ਦੁਨੀਆ ਦੇ ਪਾਪ, ਪੂਰੀ ਦੁਨੀਆ ਦੇ ਗਮ, ਚਿੰਤਾ, ਪਰੇਸ਼ਾਨੀ ਸਭ ਕੁਝ ਲੱਦ ਦਿੱਤੇ। ਔਰ ਉਹ ਬਾਈਬਲ 'ਚ ਲਿਖਿਆ ਉਹ ਪਾਪੀ ਨਹੀਂ ਸੀ, ਪਰ ਸਾਡੇ ਕਰਕੇ ਪਾਪੀ ਬਣਿਆ। ਪਾਪ ਦੇ ਕਾਰਨ ਉਹਦੇ ਵਿੱਚ ਅਤੇ ਪਰਮੇਸ਼ਵਰ ਦੇ ਵਿੱਚ ਇੱਕ ਸੈਪਰੇਸ਼ਨ ਹੋ ਗਈ, ਇੱਕ ਜੁਦਾਈ ਹੋ ਗਈ, ਜਿਹੜੀ ਯਿਸੂ ਮਸੀਹ ਨੇ ਕਰੂਸ ਦੇ ਉੱਤੇ ਮਹਿਸੂਸ ਕੀਤੀ। ਪਰ ਬਾਈਬਲ 'ਚ ਲਿਖਿਆ ਹੈ ਉਹਨੇ ਸਾਡੇ ਸਾਰੇ ਗਮ ਚੁੱਕ ਲਏ, ਸਾਡੀਆਂ ਪਰੇਸ਼ਾਨੀਆਂ ਚੁੱਕ ਲਈਆਂ, ਸਾਨੂੰ ਆਜ਼ਾਦ ਕਰ ਦਿੱਤਾ। ਇਸੇ ਕਰਕੇ ਅੱਜ ਸਾਨੂੰ ਚਾਹੀਦਾ, ਅਗਰ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਪਾਪ ਹੈ ਤੇ ਅਸੀਂ ਆਪਣੀ ਜ਼ਿੰਦਗੀ 'ਚੋਂ ਮੰਨ ਲੀਜੀਏ। ਜਦੋਂ ਅਸੀਂ ਪਹਿਲਾ ਸ਼ੈਮੂਅਲ ਦੀ ਕਿਤਾਬ ਉਹਦੇ 11 ਅਧਿਆਇ ਦੇ ਵਿੱਚ ਪੜ੍ਹਦੇ ਹਾਂ, ਅਸੀਂ ਉੱਥੇ ਦਾਊਦ ਦੇ ਬਾਰੇ ਪੜ੍ਹਦੇ ਹਾਂ। ਦਾਊਦ ਇੱਕ ਪਰਮੇਸ਼ਵਰ ਦਾ ਨਬੀ ਸੀ। ਦਾਊਦ ਨੂੰ ਪਰਮੇਸ਼ਵਰ ਨੇ ਰਾਜਾ ਹੋਣ ਦੇ ਲਈ ਚੁਣਿਆ। ਦਾਊਦ ਤੇ ਪਰਮੇਸ਼ਵਰ ਨੇ ਆਪਣੀ ਕਿਰਪਾ ਕੀਤੀ, ਇੱਥੋਂ ਤੱਕ ਕਿ ਪਰਮੇਸ਼ਵਰ ਨੇ ਕਿਹਾ ਦਾਊਦ ਮੇਰੇ ਹਿਰਦੇ ਦੇ ਅਨੁਸਾਰ ਵਿਅਕਤੀ ਹੈ ਜਿਹਨੂੰ ਮੈਂ ਬਹੁਤ ਹੀ ਪਸੰਦ ਕਰਦਾ। ਪਰ ਬਾਈਬਲ 'ਚ ਲਿਖਿਆ ਦਾਊਦ ਨੇ ਪਾਪ ਕੀਤਾ। ਇਹ ਨਹੀਂ ਹੈ ਕਿ ਵਿਸ਼ਵਾਸੀਆਂ ਦੀ ਜ਼ਿੰਦਗੀ 'ਚ ਕਦੇ ਪਾਪ ਨਹੀਂ ਆ ਸਕਦਾ, ਇਹ ਨਹੀਂ ਹੈ ਕਿ ਵਿਸ਼ਵਾਸੀ ਕਦੀ ਪਾਪ ਨਹੀਂ ਕਰਦੇ। ਮੇਰੇ ਭੈਣ ਤੇ ਭਰਾਵੋ, ਪਾਪ ਹੋ ਜਾਂਦਾ ਹੈ। ਅਗਰ ਆਪਣੇ ਪਾਪ ਨੂੰ ਮੰਨ ਕੇ ਅਸੀਂ ਛੱਡ ਦਿੰਨੇ ਹਾਂ ਤੇ ਫਿਰ ਪ੍ਰਭੂ ਯਿਸੂ ਮਸੀਹ ਸਾਨੂੰ ਉਸ ਪਾਪਾਂ ਤੋਂ ਮਾਫ ਕਰ ਦਿੰਦਾ, ਕਿਉਂਕਿ ਬਾਈਬਲ 'ਚ ਲਿਖਿਆ ਹੈ ਕਿ ਜਿਹੜਾ ਆਪਣੇ ਪਾਪ ਨੂੰ ਲੁਕੋ ਲੈਂਦਾ ਹੈ ਉਹਦੇ ਤੇ ਸਜ਼ਾ ਦਾ ਹੁਕਮ ਕੀਤਾ ਜਾਏਗਾ। ਪਰ ਜੇ ਅਸੀਂ ਆਪਣੇ ਪਾਪ ਨੂੰ ਮੰਨ ਕੇ ਛੱਡ ਦਈਏ ਤੇ ਸਾਡੇ ਤੇ ਕਿਰਪਾ ਕੀਤੀ ਜਾਂਦੀ ਹੈ। ਜਦੋਂ ਦਾਊਦ ਨੇ ਪਾਪ ਕੀਤਾ ਔਰ ਉਹਨੇ ਸੋਚਿਆ ਕਿ ਆਪਣੀਆਂ ਨਜ਼ਰਾਂ ਵਿੱਚ ਕਿ ਇਹ ਸਹੀ ਹੈ, ਉਹਨੂੰ ਲੱਗਾ ਕਿ ਮੈਂ ਜੋ ਕਰ ਰਿਹਾ ਉਹ ਠੀਕ ਹੈ, ਕਿਉਂਕਿ ਮੈਂ ਇੱਕ ਰਾਜਾ, ਮੈਂ ਕੁਝ ਵੀ ਕਰ ਸਕਦਾ। ਪਰ ਬਾਈਬਲ 'ਚ ਲਿਖਿਆ ਪਰਮੇਸ਼ਵਰ ਨੇ ਨਥਾਨ ਨਬੀ ਨੂੰ ਭੇਜਿਆ, ਤੇ ਜਦੋਂ ਨਥਾਨ ਨਬੀ ਨੇ ਜਾ ਕੇ ਦਾਊਦ ਦੇ ਨਾਲ ਗੱਲ ਕੀਤੀ ਤੇ ਪਰਮੇਸ਼ਵਰ ਦੇ ਵਚਨ ਦੇ ਵਿੱਚ ਉਹਨੂੰ ਚੇਤਾਵਨੀ ਦਿੱਤੀ। ਦਾਊਦ ਨੇ ਜਿਹੜਾ ਕੰਮ ਜ਼ਿੰਦਗੀ ਦੇ ਵਿੱਚ ਕੀਤਾ
ਉਹ ਸਭ ਤੋਂ ਵਧੀਆ ਇਹ ਸੀ, ਉਹਨੇ ਆਪਣੇ ਪਾਪ ਨੂੰ ਮੰਨ ਲਿਆ। ਔਰ ਬਾਈਬਲ 'ਚ ਲਿਖਿਆ ਜਦੋਂ ਉਹਨੇ ਆਪਣੇ ਪਾਪ ਨੂੰ ਮੰਨ ਲਿਆ ਤੇ ਪਰਮੇਸ਼ਵਰ ਨਥਾਨ ਦੇ ਦੁਆਰਾ ਬੋਲਿਆ ਕਿ ਮੈਂ ਵੀ ਤੈਨੂੰ ਮਾफ़ ਕਰ ਦਿੱਤਾ ਹੈ। ਪਰਮੇਸ਼ਵਰ ਨੇ ਉਸੇ ਦਿਨ ਦਾਊਦ ਨੂੰ ਮਾफ़ ਕਰ ਦਿੱਤਾ। ਬੇਸ਼ੱਕ ਉਹਨੂੰ ਉਹਦਾ ਨਤੀਜਾ ਬਾਅਦ ਵਿੱਚ ਭੁਗਤਣਾ ਪਿਆ, ਲੇਕਿਨ ਪਰਮੇਸ਼ਵਰ ਨੇ ਉਹਦੀ ਜਾਨ ਬਖਸ਼ ਦਿੱਤੀ। ਉਹਦੀਆਂ ਪੀੜ੍ਹੀਆਂ ਤੇ ਜਿਹੜਾ ਸ਼ਰਾਪ ਸੀ ਉਹ ਪਰਮੇਸ਼ਵਰ ਨੇ ਪਲਟ ਦਿੱਤਾ। ਮੇਰੇ ਭੈਣ ਤੇ ਭਰਾਵੋ, ਜਦ ਕਦੀ ਸਾਡੀ ਜ਼ਿੰਦਗੀ ਦੇ ਵਿੱਚ ਪਾਪ ਆਉਂਦਾ ਹੈ, ਸਾਨੂੰ ਸਭ ਤੋਂ ਜ਼ਰੂਰੀ ਜਿਹੜਾ ਕੰਮ ਕਰਨ ਦੀ ਜ਼ਰੂਰਤ ਹੈ, ਅਸੀਂ ਆਪਣੇ ਪਾਪ ਨੂੰ ਪਰਮੇਸ਼ਵਰ ਦੇ ਸਾਹਮਣੇ ਮੰਨ ਲਈਏ। ਕਈ ਵਾਰ ਕੀ ਹੁੰਦਾ ਕਿ ਅਸੀਂ ਆਪਣੇ ਪਾਪ ਨੂੰ ਮੰਨਦੇ ਨਹੀਂ ਹੈ। ਇਹੋ ਜਿਹੇ ਕਈ ਲੋਕ ਨੇ ਜਿਹੜੇ ਪ੍ਰਭੂ ਦੇ ਕੋਲ ਆਏ, ਉਹਨਾਂ ਨੂੰ ਪਤਾ ਲੱਗਾ ਕਿ ਅਸੀਂ ਪਾਪੀ ਹਾਂ, ਪਰ ਉਹਨਾਂ ਨੇ ਆਪਣੇ ਪਾਪ ਤੋਂ ਪਛਤਾਪ ਨਹੀਂ ਕੀਤਾ ਤੇ ਆਪਣੇ ਪਾਪ ਦੇ ਵਿੱਚ ਨਾਸ਼ ਹੋ ਗਏ। ਇਸ ਕਰਕੇ ਸਾਨੂੰ ਚਾਹੀਦਾ ਕਿ ਅਸੀਂ ਆਪਣੇ ਪਾਪ ਤੋਂ ਪਛਤਾਪ ਕਰੀਏ ਤੇ ਅਸੀਂ ਆਪਣੀਆਂ ਚਿੰਤਾਵਾਂ ਤੋਂ ਮੁਕਤ ਹੋ ਜਾਈਏ, ਕਿਉਂਕਿ ਪਾਪ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਚਿੰਤਾ ਲੈ ਕੇ ਆਉਂਦਾ ਹੈ। ਆਈਏ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਨਿਰਣੇ ਲੈ ਲਈਏ ਕਿ ਅੱਜ ਤੋਂ ਬਾਅਦ ਅਸੀਂ ਪਾਪ ਨਹੀਂ ਕਰਾਂਗੇ ਤੇ ਅਸੀਂ ਪ੍ਰਭੂ ਦੇ ਵਿੱਚ ਹੋ ਕੇ ਸੰਪੂਰਨਤਾ ਨਾਲ, ਖਰਿਆਈ ਨਾਲ ਉਹਦੇ ਹੁਕਮ ਨੂੰ ਮੰਨ ਕੇ ਚੱਲਾਂਗੇ ਤੇ ਅਸੀਂ ਆਪਣੀ ਉਸ ਜ਼ਿੰਦਗੀ ਦੇ ਵਿੱਚ ਖੁਸ਼ਹਾਲ ਰਵਾਂਗੇ ਜੋ ਪਰਮੇਸ਼ਵਰ ਨੇ ਸਾਨੂੰ ਦਿੱਤੀ ਹੈ। ਤੀਸਰੀ ਗੱਲ ਅਸੀਂ ਪਰਮੇਸ਼ਵਰ ਦੇ ਵਚਨ 'ਚ ਪੜ੍ਹਾਂਗੇ ਕਿ ਸਾਡੀ ਜ਼ਿੰਦਗੀ ਦੇ ਵਿੱਚ ਚਿੰਤਾ ਕਿਉਂ ਹੁੰਦੀ ਹੈ। ਜੋ ਤੁਸੀਂ ਮੈਨੂੰ ਆਪਣੀ ਬਾਈਬਲ ਪੜ੍ਹੋਗੇ, 2 ਕਰੰਥੀਆਂ ਉਹਦਾ 4 ਅਧਿਆਇ ਦਾ 4 ਵਚਨ, ਮਰਕੁਸ ਦੀ ਇੰਜੀਲ ਉਹਦਾ 5 ਅਧਿਆਇ 1 ਤੋਂ ਲੈ ਕੇ 14 ਵਚਨ ਪੜ੍ਹਦੇ ਹਾਂ। ਪਵਿੱਤਰ ਵਚਨ ਦੇ ਵਿੱਚ ਲਿਖਿਆ ਹੈ ਕਿ ਸ਼ੈਤਾਨ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਚਿੰਤਾਵਾਂ ਨੂੰ ਲੈ ਕੇ ਆਉਂਦਾ ਹੈ। ਪ੍ਰਭੂ ਯਿਸੂ ਮਸੀਹ ਨੇ ਕਿਹਾ ਯਹੂਨਾ ਦੀ ਇੰਜੀਲ ਉਹਦਾ 10 ਅਧਿਆਇ ਉਹਦੇ 10 ਵਚਨ ਦੇ ਵਿੱਚ ਕਿ ਚੋਰ ਆਂਦਾ ਹੈ ਮਾਰਨ ਲਈ, ਚੁਰਾਉਣ ਲਈ, ਨਾਸ਼ ਕਰਨ ਲਈ, ਪਰ ਮੈਂ ਆਇਆ ਤਾਂ ਕਿ ਤੁਹਾਨੂੰ ਜੀਵਨ ਮਿਲੇ ਤੇ ਬਹੁਤਾਈ ਦਾ ਜੀਵਨ ਮਿਲੇ। ਦੇਖਿਏ, ਸ਼ੈਤਾਨ ਦਾ ਕੰਮ ਹੈ ਸਾਡੀ ਜ਼ਿੰਦਗੀ 'ਚ ਆ ਕੇ ਸਾਨੂੰ ਤੰਗ ਕਰਨਾ, ਸਾਡੇ ਵਿਸ਼ਵਾਸ ਨੂੰ, ਸਾਡੀ ਖੁਸ਼ੀ ਨੂੰ ਚੁਰਾ ਲੈਣਾ, ਸਾਨੂੰ ਨਾਸ਼ ਕਰ ਦੇਣਾ, ਮਾਰਨਾ। ਹਰ ਵੇਲੇ ਉਹ ਸਾਨੂੰ ਦੁੱਖ ਦੇਣ ਲਈ ਆਉਂਦਾ ਹੈ। ਸ਼ੈਤਾਨ ਕਈ ਵਾਰ ਬਿਨ ਬੁਲਾਏ ਵੀ ਆ ਜਾਂਦਾ ਹੈ। ਜ਼ਰੂਰੀ ਨਹੀਂ ਹੈ ਕਿ ਸ਼ੈਤਾਨ ਨੂੰ ਇਨਵੀਟੇਸ਼ਨ ਦੇਣਾ, ਕਿਉਂਕਿ ਬਾਈਬਲ 'ਚ ਲਿਖਿਆ, ਜਦੋਂ ਅਫਸੀਆਂ ਦੀ ਕਿਤਾਬ ਉਹਦਾ 6 ਅਧਿਆਇ ਪੜ੍ਹਦੇ ਆ, ਪਵਿੱਤਰ ਵਚਨ ਦੇ ਵਿੱਚ ਲਿਖਿਆ ਹੈ ਸਾਡੀ ਲੜਾਈ ਲਹੂ ਮਾਸ ਨਾਲ ਨਹੀਂ ਹੈ, ਬਲਕਿ ਅੰਧਕਾਰ ਦੇ ਰਾਜਿਆਂ, ਮਹਾਰਾਜਿਆਂ ਤੇ ਦੁਸ਼ਟ ਆਤਮਿਆਂ ਦੇ ਨਾਲ ਹੁੰਦੀ ਹੈ। ਸਾਡੀ ਲੜਾਈ ਹਰ ਦਿਨ ਸ਼ੈਤਾਨ ਦੇ ਨਾਲ ਲੱਗੀ ਹੈ ਔਰ ਇਹ ਗੱਲ ਸ਼ੈਤਾਨ ਬਖੂਬੀ ਜਾਣਦਾ ਹੈ ਕਿ ਸਾਡੀ ਲੜਾਈ ਜਿਹੜੀ ਹੈ ਉਹ ਉਹਦੇ ਨਾਲ ਹੈ ਤੇ ਉਹ ਹਰ ਦਿਨ ਨਵੀਂ ਰਣਨੀਤੀ ਦੇ ਨਾਲ ਵਿਸ਼ਵਾਸੀਆਂ ਦੇ ਨਾਲ ਲੜਨ ਵਾਸਤੇ ਆਉਂਦਾ ਹੈ ਤਾਂ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਅਸਫਲ ਕਰੇ, ਉਹਨਾਂ ਦੀ ਜ਼ਿੰਦਗੀ 'ਚ ਨਿਰਾਸ਼ ਕਰੇ, ਉਹਨਾਂ ਦੀ ਜ਼ਿੰਦਗੀ ਨੂੰ ਪਰੇਸ਼ਾਨ ਕਰੇ। ਪਰ ਅਸੀਂ ਜਦੋਂ ਅਵੇਅਰ ਨਹੀਂ ਹੁੰਦੇ, ਅਸੀਂ ਜਦੋਂ ਸ਼ੈਤਾਨ ਦੇ ਨਾਲ ਯੁੱਧ ਨਹੀਂ ਕਰਦੇ ਤੇ ਅਸੀਂ ਆਪਣੀ ਜ਼ਿੰਦਗੀ ਵਿੱਚ ਨਿਰਾਸ਼ ਹੋ ਜਾਂਦੇ ਹਾਂ, ਅਸੀਂ ਆਪਣੀ ਜ਼ਿੰਦਗੀ 'ਚ ਪਰੇਸ਼ਾਨ ਹੋ ਜਾਂਦੇ ਹਾਂ, ਬਿਮਾਰ ਹੋ ਜਾਂਦੇ ਹਾਂ, ਚਿੰਤਿਤ ਹੋ ਜਾਂਦੇ ਹਾਂ। ਸਾਨੂੰ ਚਾਹੀਦਾ ਕਿ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਸਮਝੀਏ ਤੇ ਅਸੀਂ ਸ਼ੈਤਾਨ ਦਾ ਸਾਹਮਣਾ ਕਰੀਏ। ਸ਼ੈਤਾਨ ਦਾ ਸਾਹਮਣਾ ਅਸੀਂ ਕਿਵੇਂ ਕਰ ਸਕਦੇ ਹਾਂ? ਪਰਮੇਸ਼ਵਰ ਦਾ ਵਚਨ ਪੜ੍ਹਨ ਦੇ ਨਾਲ ਤੇ ਉੱਤੇ ਅਮਲ ਕਰਨ ਦੇ ਨਾਲ। ਦੂਸਰੀ ਗੱਲ, ਅਸੀਂ ਪ੍ਰਾਰਥਨਾ ਵਾਲੇ ਜੀਵਨ ਦੇ ਨਾਲ, ਪ੍ਰਾਰਥਨਾ ਦੇ ਵਿੱਚ ਆ ਕੇ ਘੁਟਨਿਆਂ ਤੇ ਆ ਕੇ ਅਸੀਂ ਉਹਦਾ ਸਾਹਮਣਾ ਕਰ ਸਕਦੇ ਹਾਂ। ਤੀਸਰੀ ਗੱਲ, ਅਸੀਂ ਪਰਮੇਸ਼ਵਰ ਦੇ ਵਚਨ 'ਚੋਂ ਪੜ੍ਹਦੇ ਹਾਂ ਕਿ ਪਰਮੇਸ਼ਵਰ ਦੀ ਮਰਜ਼ੀ ਨੂੰ ਆਪਣੀ ਜ਼ਿੰਦਗੀ 'ਚ ਪੂਰੀ ਕਰਨ ਦੇ ਨਾਲ ਹੀ ਅਸੀਂ ਸ਼ੈਤਾਨ ਦਾ ਸਾਹਮਣਾ ਕਰ ਸਕਦੇ। ਜਦੋਂ ਅਸੀਂ ਪਰਮੇਸ਼ਵਰ ਦੀ ਮਰਜ਼ੀ ਨੂੰ ਆਪਣੀ ਜ਼ਿੰਦਗੀ 'ਚ ਪੂਰਾ ਕਰਾਂਗੇ, ਸ਼ੈਤਾਨ ਆਪਣੇ ਆਪ ਹੀ ਹਾਰ ਜਾਵੇਗਾ। ਇੱਥੇ ਮਰਕੁਸ ਦੀ ਇੰਜੀਲ 'ਚ ਪੜ੍ਹਦੇ ਇੱਕ ਵਿਅਕਤੀ, ਪਵਿੱਤਰ ਵਚਨ ਦੇ ਵਿੱਚ ਲਿਖਿਆ ਹੈ, ਬਾਈਬਲ 'ਚ ਲਿਖਿਆ ਉਹ ਕਬਰਾਂ ਦੇ ਵਿੱਚ ਰਹਿੰਦਾ ਹੁੰਦਾ ਸੀ, ਲੋਕ ਉਹਨੂੰ ਸੰਗਲਾਂ ਦੇ ਨਾਲ ਬੰਨ੍ਹ ਲੈਂਦੇ ਸੀ, ਪਰ ਫਿਰ ਵੀ ਉਹ ਸੰਗਲਾਂ ਤੋੜ ਦਿੰਦਾ ਸੀ। ਉਹਦੇ ਵਿੱਚ ਇੰਨੀ ਤਾਕਤ, ਇੰਨੀ ਕਿ ਬਲ ਜਿਹੜਾ ਸ਼ੈਤਾਨ ਦੇ ਵੱਲੋਂ ਸੀ, ਸ਼ੈਤਾਨ ਨੇ ਉਹਨੂੰ ਤੰਗ ਕੀਤਾ ਹੋਇਆ ਸੀ। ਇੱਕ ਦਿਨ ਪ੍ਰਭੂ ਯਿਸੂ ਮਸੀਹ ਜਦ ਉਸ ਨਗਰ ਦੇ ਵਿੱਚ ਗਏ, ਉਹਨੇ ਪ੍ਰਭੂ ਯਿਸੂ ਨੂੰ ਵੇਖਿਆ ਤੇ ਪ੍ਰਭੂ ਯਿਸੂ ਦੇ ਵੱਲ ਭੱਜਾ ਕੇ ਉਹਨਾਂ ਦੇ ਪੈਰੀ ਡਿੱਗ ਗਿਆ। ਉਹਨੇ ਕਿਹਾ, ਤੂੰ ਸਾਨੂੰ ਸਮੇਂ ਤੋਂ ਪਹਿਲਾਂ ਦੁੱਖ ਦੇਣ ਕਿਉਂ ਆ ਗਿਆ? ਪ੍ਰਭੂ ਯਿਸੂ ਨੇ ਕਿਹਾ, ਤੇਰਾ ਨਾਂ ਕੀ ਹੈ? ਉਹਨੇ ਕਿਹਾ, ਮੇਰਾ ਨਾਂ ਲਸ਼ਕਰ ਹੈ, ਕਿਉਂਕਿ ਅਸੀਂ 2000 ਆ। ਪ੍ਰਭੂ ਯਿਸੂ ਨੇ ਕਿਹਾ, ਇਹਦੇ ਜੀਵਨ ਦੇ ਵਿੱਚੋਂ ਨਿਕਲ ਜਾ। ਔਰ ਉਸੇ ਵੇਲੇ ਉਸ ਵਿਅਕਤੀ ਨੂੰ ਛੱਡ ਕੇ ਉਹ ਦੁਸ਼ਟ ਆਤਮੇ ਨਿਕਲ ਗਏ। ਇਹਦਾ ਮਤਲਬ ਕਿ ਉਹਨੂੰ ਕਿਸੇ ਨੇ ਭੇਜਿਆ ਨਹੀਂ ਸੀ। ਬਾਈਬਲ 'ਚ ਲਿਖਿਆ ਨਹੀਂ ਕਿ ਉਹਨੇ ਕਿਹਾ ਨਹੀਂ ਕਿ ਮੈਨੂੰ ਕਿਸੇ ਨੇ ਭੇਜਿਆ, ਮੇਰੇ ਤੇ ਕਿਸੇ ਨੇ ਜਾਦੂ ਟੂਣਾ ਕਰਕੇ ਭੇਜਿਆ ਜਾਂ ਕੋਈ ਕਾਰਨ ਐਸਾ ਕਿ ਮੈਂ ਆ ਗਿਆ। ਸ਼ੈਤਾਨ ਉਹਦੇ ਜੀਵਨ ਦੇ ਵਿੱਚ ਆ ਗਿਆ। ਕਈ ਵਾਰੀ ਸਾਡੀ ਜ਼ਿੰਦਗੀ ਵਿੱਚ ਜਦੋਂ ਅਸੀਂ ਆਤਮਿਕ ਤੌਰ ਤੇ ਕਮਜ਼ੋਰ ਹੁੰਦੇ ਹਾਂ, ਸ਼ੈਤਾਨ ਸਾਡੀ ਜ਼ਿੰਦਗੀ ਵਿੱਚ ਆਉਂਦਾ, ਸਾਨੂੰ ਤੰਗ ਕਰਦਾ, ਚਿੰਤਿਤ ਕਰਦਾ, ਪਰੇਸ਼ਾਨੀ ਪਾਉਂਦਾ ਹੈ, ਗਰੀਬੀ ਲੈ ਕੇ ਆਉਂਦਾ ਹੈ, ਕਰਜ਼ ਲੈ ਕੇ ਆਉਂਦਾ ਹੈ। ਅਗਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਸ਼ੈਤਾਨ ਦੀਆਂ ਲਾਈਆਂ ਹੋਈਆਂ ਚਿੰਤਾਵਾਂ ਤੋਂ, ਬਿਮਾਰੀਆਂ ਤੋਂ ਬਚ ਸਕੀਏ, ਤੇ ਅੱਜ ਸਾਨੂੰ ਇੱਕ ਕੰਮ ਕਰਨ ਦੀ ਲੋੜ ਹੈ ਜਿਹੜਾ ਬੜੇ ਹੀ ਜ਼ਰੂਰੀ ਹੈ। ਉਹ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਵਚਨ ਦੇ ਵਿੱਚ ਮਜ਼ਬੂਤ ਕਰ ਲਈਏ। ਜਦੋਂ ਤੁਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਮਜ਼ਬੂਤ ਹੋਵੋਗੇ, ਸ਼ੈਤਾਨ ਤੁਹਾਡੀ ਜ਼ਿੰਦਗੀ 'ਚ ਕਦੇ ਨਹੀਂ ਆਏਗਾ। ਕਿਉਂਕਿ ਪਵਿੱਤਰ ਵਚਨ ਦੇ ਵਿੱਚ ਲਿਖਿਆ, ਜਦੋਂ ਯਿਸੂ ਮਸੀਹ ਨੂੰ ਸ਼ੈਤਾਨ ਪਰਖਣ ਦੇ ਲਈ ਆਇਆ, 4 ਅਧਿਆਇ ਮਤੀ ਇੰਜੀਲ ਦੇ ਵਿੱਚ ਵੇਖਦੇ ਹਾਂ, ਪ੍ਰਭੂ ਯਿਸੂ ਮਸੀਹ ਨੇ ਸ਼ੈਤਾਨ ਦਾ ਸਾਹਮਣਾ ਪਵਿੱਤਰ ਵਚਨ ਦੇ ਵਿੱਚੋਂ, ਬਾਈਬਲ ਦੇ ਵਿੱਚੋਂ ਸ਼ਬਦਾਂ ਦੇ ਨਾਲ ਕੀਤਾ। ਪ੍ਰਭੂ ਯਿਸੂ ਮਸੀਹ ਨੇ ਕੋਈ ਉਹਦੇ ਨਾਲ ਜੰਗ ਨਹੀਂ ਕੀਤੀ, ਕੋਈ ਡੰਡਿਆਂ ਤਲਵਾਰਾਂ ਦੇ ਨਾਲ ਲੜਾਈ ਨਹੀਂ ਕੀਤੀ, ਪਰ ਉਹਨਾਂ ਨੇ ਉਹ ਵਚਨ ਜਿਹੜੇ ਉਹਨਾਂ ਦੇ ਅੰਦਰ ਸੀ,
जो पवित्र बाइबल च लिखे ने, उन्होंने जदों शैतान नूं दस्से तो उन्हां दे कोलों चला गया। अगर असीं परमेश्वर दे वचन दे विच मजबूत रवांगे, परमेश्वर दे वचन नूं पढ़ांगे, सुणांगे, उत्ते चलांगे, तो साडी जिंदगी दे विच असीं अपणियां परेशानियां तो, अपणियां चिंतावां तो मुक्त हो सकदे हां। सो मेरे प्यारे अजीजो, अज असीं 3 गल्लां परमेश्वर दे वचन दे विचों सिੱਖੀਆਂ ने कि क्यों साडी जिंदगी चिंतावां आउंदियां ने। पहली गल कि असीं दूसरिਆਂ ਦੇ ਕਾਰਨ कई बार साडी जिंदगी विच चिंतावां आउंदियां ने। दूसरी गल कि असीं पाप दे कारण साडी जिंदगी चिंतावां आउंदियां ने। तीसरी गल, कई बारी शैतान साडी जिंदगी विच चिंता लैके आंदा है, लेकिन ये तिन्हां दे असीं हल लभे ने अगर तुसीं परमेश्वर दे वचन दे अनुसार चलोगे, परमेश्वर दे वचन दे उपर मनन करोगे, अमल करोगे, तो तुसीं अपनी जिंदगी चिंतावां तो मुक्त हो सकदे हो। इसे करके जदों असीं 53 अध्याय जबूरां दे विच पढ़दे हैं, प्रभु दे वचन लिखिਆ तुसीं अपना सारा भार यहोवा ते सुੱਟ ਦਿਓ क्योंकि वो तुहाडा फिकर करदा है। मेरे प्यारे अजीजो, अज तुहाडे लई खुशखबरी है। जे तुसीं अपनी जिंदगी विच निराश हो, कि तुसीं अपनी जिंदगी विच परेशान हो, कि तुसीं अपनी जिंदगी विच चिंता तो, कि तुहानूं बच्चों के भविख की चिंता है, कि तुहानूं अपने पति के जीवन की चिंता है, कि तुहानूं अपनी पत्नी की चंगाई की चिंता है, कि तुहानूं अपने कारोबार की चिंता है, कि तुसीं बाहर जाना चाहते हो, तुहानूं बाहर जाने की चिंता है, कि तुहानूं अपनी पढ़ाई की चिंता है, अज अपना सारा भार यहोवा ते सुੱਟ दिओ। अज अपनी सारी चिंता उस परमेश्वर ते सुੱਟ दिओ, क्योंकि वो तुहाडे मंगण तो पहला जानदा है कि तुहानूं किन्हां चीज़ां की जरूरत है। मेरा परमेश्वर जिहदी तुसीं सेवा करदे हो, मेरा परमेश्वर जिहदे ते तुसीं विश्वास करदे हो, मेरा परमेश्वर जिहदी अणख दे विच तुसीं बलदे रहिंदे हो, वो तुहाडी चिंतावां नूं दूर करना चाहुंदा है। और परमेश्वर कहंदा कि अपनी सारी चिंता मेरे ते सुੱਟ दिओ। आइए सब मेरे नाल अपनी अखां नूं बंद करिए। मैं तुहाडे लई दुआ करना चाहांगा। अगर तुसीं अचिंतित हो, किसी भी प्रकार की जीवन के निराशा है, प्रभु तुहाडी निराशा नूं दूर करेगा। सब अपनी अखां नूं बंद करके प्रार्थना में शामिल होइए। सर्वशक्तिमान पिता परमेश्वर, मैं तुहाडी तारीफ धन्नवाद करदा खुदावंद तुहाडे लोकां दे लई जिन्हां ने प्रभु अज तुहाडे पवित्र वचन नूं सिੱਖਿਆ है। खुदावंद तू प्रभु इन्हां दी सारियां चिंतावां नूं दूर कर। यीशु मसीह मैं दुआ करदा, अगर कोई बीमार है तो यीशु मसीह के नाम विच चंगा हो जाए। अगर कोई प्रभु जी पाप दे विच फसिया तो अज यीशु मसीह के नाम विच आज़ाद हो जाए। प्रभु जी अगर शैतान दा सताया होया है, अज यीशु के नाम से पूरी तरह चंगाई होने पाए। खुदावन जे कोई कारोबार तो वेला बैठा है, उन्होंने अज कारोबार मिल जाए। प्रभु यीशु मसीह जे कोई पढ़ाई की चिंता विच है, उहदी पढ़ाई दे विच उहदी मदद करो। प्रभु जी इन्हां दे परिवारां दे विच सुख शांति दो, कर्ज तो मुक्त करो, तंदुरुस्ती दो खुदावन, ताकि तुहाडे बच्चे होर भी तुहाडे विच मजबूत हो जाण। धन्नवाद करदे पिता जी, तुसीं सानूं चिंता करदे हो, तुसीं सानूं प्यार करदे हो, और प्रभु तुसीं चाहुंदे हो कि तुहाडे बच्चे फलदार होण। मैं यीशु मसीह के नाम विच प्रार्थना करदा, जिन्ने लोग प्रभु जी यूट्यूब के माध्यम दे नाल इस वचन नूं वेख रहे ने, खुदावन सारे यीशु मसीह के नाम विच आशीषित हो जाण, इन्हां दे जीवन फलदार हो जाण, तेरी बरकत वाले हो जाण, तुहाडा नाम उच्चा होने पाए। यीशु मसीह के नाम विच प्रार्थना मंगदे हैं, आमीन।